यूके ने आखिरकार किहड़ा वड्डा फैसला ले लिया। 3000 यूथ प्रोफैशनल स्कीम ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਹੁਣ ਕਈ ਸਾਰੇ ਐਪਲੀਕੈਂਟ ਜਿਹੜੇ ਹੈ ਜਾਂ ਟਰਾਂਸਲੇਸ਼ਨਾਂ ਜਿਹੜੀਆਂ ਹੈ ਇਹ ਕਨਫਿਊਜ਼ ਹੋਣਗੀਆਂ ਵਰਕਿੰਗ ਹੌਲੀਡੇ ਮੇਕਰ ਦੇ ਨਾਲ। ਇੰਡੀਆ ਪਹਿਲਾ ਕੰਟਰੀ ਹੋਏਗਾ ਜਿੱਥੇ ਕਿ ਇਹ ਸਕੀਮ ਦਾ ਪਾਰਟ ਬਣਾਇਆ ਗਿਆ ਹੈ ਜਿੱਥੋਂ ਤੁਹਾਨੂੰ ਵੀਜ਼ਾ ਲੈਣਾ ਪਏਗਾ। ਪ੍ਰੈਕਟੀਕਲੀ ਜਿੱਦਣ ਤੁਹਾਡਾ ਬਾਇਓਮੈਟ੍ਰਿਕ ਹੋਇਆ ਮਹੀਨੇ ਦੇ ਅੰਦਰ ਅੰਦਰ ਤੁਸੀਂ ਆਪਣੇ ਪਾਸਪੋਰਟ ਦੇ ਉੱਪਰ ਆ ਸਟਿੱਕਰ ਦੇਖ ਸਕਦੇ ਹੋ। ਇਹ ਉਹਨਾਂ ਨੇ ਵਿਚਕਾਰਲਾ ਰਸਤਾ ਕੱਢ ਲਿਆ ਹਰੇਕ ਉਸ ਯੂਥ ਨੂੰ ਅਟਰੈਕਟ ਕਰਨ ਵਾਸਤੇ ਜਿਹੜਾ ਕਿ ਘੱਟੋ ਘੱਟ ਗ੍ਰੈਜੂਏਸ਼ਨ ਲੈ ਕੇ ਘੁੰਮਦਾ ਪਿਆ। ਸਟੱਡੀ ਗੈਪ ਵਾਲਿਆਂ ਲਈ ਅਵੇਲੇਬਲ ਹੈ ਇਹ ਫਾਇਦਾ। ਇਹ ਯੂਥ ਦੀ ਟੈਲੈਂਟ ਵਾਸਤੇ ਹੈਗਾ, ਉੱਥੇ ਜਾ ਕੇ ਐਕਸਪੋਜਰ ਲਵੇ, ਦੁਨੀਆਦਾਰੀ ਦੇਖੇ ਅਤੇ ਆਪਣੇ ਟੈਲੈਂਟ ਨੂੰ ਕੰਟਰੀ ਦੇ ਵਿੱਚ ਕਿਵੇਂ ਯੂਜ਼ ਕਰ ਸਕਦਾ ਉਹਦੀ ਗੱਲਬਾਤ ਕਰੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜੇ ਹੋ ਦਾ ਅਨਮਿਊਟ ਦੇ ਨਾਲ। ਮੈਂ ਹਾਂ ਜਗਜੀਤ ਸਿੰਘ ਪੰਜੋਲੀ। ਬਹੁਤ ਸਾਰਾ ਯੂਥ ਜਿਹੜਾ ਹੈ ਅਬਰੋਡ ਜਾਣ ਦਾ ਇੱਛੁਕ ਹੈਗਾ, ਪਰ ਉਹਨਾਂ ਨੂੰ ਸਹੀ ਰਾਹ ਨਹੀਂ ਲੱਭ ਰਿਹਾ ਕਿ ਕਿਹੜਾ ਰਾਹ ਚੁਣਿਆ ਜਾਵੇ, ਕਿਹੜੇ ਮੁਲਕ ਜਾਇਆ ਜਾਵੇ। ਨਾ ਹੀ ਮੁਲਕ ਡਿਸਾਈਡ ਹੋ ਰਿਹਾ ਅਤੇ ਨਾ ਹੀ ਓਪਰਚੁਨਿਟੀ, ਨਾ ਹੀ ਕੋਈ ਗਾਈਡੈਂਸ ਮਿਲ ਰਹੀ ਹੈ ਵੀ ਕਿਹੜੇ ਦੇਸ਼ ਕਿਹੜੇ ਤਰੀਕੇ ਨਾਲ ਜਾਇਆ ਜਾ ਸਕਦਾ ਹੈ। ਸੋ ਹੁਣ ਇੱਕ ਨੌਜਵਾਨਾਂ ਦੇ ਲਈ ਵੱਡੀ ਖੁਸ਼ਖਬਰੀ ਹੈ, ਖਾਸ ਕਰਕੇ ਜਿਹੜੇ ਨੌਜਵਾਨ ਯੂਕੇ ਜਾਣਾ ਚਾਹੁੰਦੇ ਆ ਉਹਦੇ ਬਾਬਤ ਗੱਲਬਾਤ ਕਰਾਂਗੇ। ਸਰਕਾਰ ਨੇ ਇੱਕ ਵੱਡਾ ਫੈਸਲਾ ਕੀਤਾ ਹੈ, ਫੈਸਲਾ ਕੀ ਕੀਤਾ ਹੈ ਅਤੇ ਉਹ ਫੈਸਲੇ ਦਾ ਕਿਹਨਾਂ ਨੂੰ ਫਾਇਦਾ ਹੋਊਗਾ, ਇਹਦੇ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ESS ਤੋਂ ਰੋਹਿਤ ਸੇਠੀ ਜੀ ਮੌਜੂਦ ਨੇ। ਗੱਲਬਾਤ ਕਰਦੇ ਹਾਂ। ਸੇਠੀ ਸਾਹਿਬ, ਯੂਥ ਜਿਹੜਾ ਤੁਹਾਨੂੰ ਸੁਣਨਾ ਚਾਹੁੰਦਾ ਇਹ ਗੱਲ ਕਿ ਯੂਕੇ ਨੇ ਆਖਿਰਕਾਰ ਕਿਹੜਾ ਵੱਡਾ ਫੈਸਲਾ ਲੈ ਲਿਆ। ਦੇਖੋ ਆਹ ਜਿਹੜਾ ਫੈਸਲਾ ਹੈਗਾ ਨਾ ਇਹ ਪਿਛਲੇ ਸਾਲ 4 ਮਈ 2021 ਨੂੰ ਇੱਕ ਟਰੀਟੀ ਹੋਈ ਸੀਗੀ ਇੰਡੀਆ ਅਤੇ ਯੂਕੇ ਦੀ, ਟ੍ਰੇਡ ਐਗਰੀਮੈਂਟ ਜਿਹਨੂੰ ਆਪਾਂ ਕਹਿੰਦੇ ਹਾਂ, ਸੁਣਿਆ ਸੀਗਾ। ਹਰੇਕ ਪਾਸੇ ਖੁਸ਼ੀ ਦੀ ਲਹਿਰ ਆ ਗਈ ਵੀ ਇੰਡੀਆ ਦੇ ਵਿੱਚੋਂ 3000 ਬੰਦਾ ਬਾਹਰ ਜਾ ਸਕਦਾ ਹੈਗਾ ਯੂਥ ਪ੍ਰੋਫੈਸ਼ਨਲ ਜਿਹਦੇ ਕੋਲ ਘੱਟੋ ਘੱਟ ਸਰਟਨ ਲੈਵਲ ਆਫ ਕੁਆਲੀਫਿਕੇਸ਼ਨ ਹੈ। ਬਟ ਕਿਸੇ ਕਾਰਨ ਕਰਕੇ ਉਹ ਸਕੀਮ ਨੂੰ ਹਰੀ ਲਾਈਟ ਨਹੀਂ ਮਿਲੀ ਸੀਗੀ ਅਤੇ ਅੱਜ ਤਕਰੀਬਨ 18 ਮਹੀਨਿਆਂ ਬਾਅਦ ਜਦ ਆਪਣੇ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਦੇ ਨਵੇਂ ਪ੍ਰਧਾਨ ਮੰਤਰੀ ਜੀ ਨੂੰ ਮਿਲੇ ਸਮਿਟ ਦੇ ਵਿੱਚ, ਤਾਂ ਉਹ ਤੋਂ ਥੋੜ੍ਹੇ ਦੇਰ ਬਾਅਦ ਹੀ ਐਲਾਨ ਹੋ ਗਿਆ ਉਹ 3000 ਯੂਥ ਪ੍ਰੋਫੈਸ਼ਨਲ ਸਕੀਮ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ, ਵਿਚ ਇਜ਼ ਅ ਗੁੱਡ ਨਿਊਜ਼ ਹਰੇਕ ਉਸ ਪ੍ਰੋਫੈਸ਼ਨਲ ਵਾਸਤੇ, ਹਰੇਕ ਉਸ ਬੰਦੇ ਵਾਸਤੇ ਜਿਹੜਾ ਕਿ 18 ਸਾਲ ਤੋਂ ਲੈ ਕੇ 30 ਸਾਲ ਦੇ ਵਿੱਚ ਉਹਦੀ ਉਮਰ ਹੈ। ਜੇ ਉਹਨੇ ਗ੍ਰੈਜੂਏਸ਼ਨ ਕੀਤੀ ਹੈ ਅਤੇ ਉਹ 2.5 ਤੋਂ ਪੌਣੇ 3 ਲੱਖ ਰੁਪਇਆ ਆਪਣੇ ਖਾਤਿਆਂ ਦੇ ਵਿੱਚ 28 ਦਿਨ ਪੁਰਾਣਾ ਦਿਖਾ ਸਕਦਾ ਹੈ ਅਤੇ ਇਹ ਉਹਨਾਂ ਵਾਸਤੇ ਓਪਰਚੁਨਿਟੀ ਹੈਗੀ ਹੈ। ਕਿਉਂਕਿ ਇੱਕ ਸਟੂਡੈਂਟ ਵੀਜ਼ਾ ਹੁੰਦਾ, ਇੱਕ ਇਮੀਗ੍ਰੇਸ਼ਨ ਹੁੰਦੀ ਹੈ, ਇਹ ਉਹਦੇ ਵਿਚਲਾ ਰਾਹ ਹੈ ਜਿਹਦੇ ਵਿੱਚ ਤੁਸੀਂ ਘੱਟ ਪੈਸਿਆਂ ਦੇ ਵਿੱਚ ਯੂਕੇ ਜਾ ਸਕਦੇ ਹੈਗੇ ਹੋ ਐਂਡ 2 ਸਾਲ ਪੂਰਾ ਉੱਥੇ ਕੰਮ ਕਰ ਸਕਦੇ ਹੋ। ਹੁਣ ਕਈ ਸਾਰੇ ਐਪਲੀਕੈਂਟ ਜਿਹੜੇ ਹੈ ਜਾਂ ਟਰਾਂਸਲੇਸ਼ਨਾਂ ਜਿਹੜੀਆਂ ਹੈ ਇਹ ਕਨਫਿਊਜ਼ ਹੋਣਗੀਆਂ ਵਰਕਿੰਗ ਹੌਲੀਡੇ ਮੇਕਰ ਦੇ ਨਾਲ। ਵਰਕਿੰਗ ਹੌਲੀਡੇ ਮੇਕਰ ਵੀਜ਼ਾ ਇੱਕ ਯੂਕੇ ਦਾ ਵੀਜ਼ਾ ਸ਼ੁਰੂ ਹੋਇਆ ਸੀਗਾ ਇਹ ਤੋਂ 10-12 ਸਾਲ ਪਹਿਲਾਂ, ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਉਸ ਸਕੀਮ ਦਾ ਫਾਇਦਾ ਚੱਕਿਆ ਸੀਗਾ। ਤੁਸੀਂ 1 ਸਾਲ ਕੰਮ ਕਰ ਸਕਦੇ ਹੋ, 1 ਸਾਲ ਆਪਣਾ ਹੌਲੀਡੇ ਕਰ ਸਕਦੇ ਹੋ ਐਂਡ ਉਸੇ ਤਰੀਕੇ ਨਾਲ ਇਹ ਸਕੀਮ ਉਹਨੂੰ ਨਾਲ ਮਿਕਸ ਨਹੀਂ ਹੋਣੀ ਚਾਹੀਦੀ ਆਪਣੇ ਦਿਮਾਗ ਦੇ ਵਿੱਚ। ਉਹਦੇ ਵਾਸਤੇ ਕੋਈ ਪੜ੍ਹਾਈ ਲਿਖਾਈ ਜ਼ਰੂਰੀ ਨਹੀਂ ਸੀਗੀ। 18 ਸਾਲ ਤੋਂ ਲੈ ਕੇ 30 ਸਾਲ ਦੀ ਉਮਰ ਵਾਲਾ ਬੰਦਾ ਉਹਦੇ ਲਈ ਅਪਲਾਈ ਕਰ ਸਕਦਾ ਸੀਗਾ। ਵੇਅਰਐਜ਼ ਇਹਦੇ ਵਾਸਤੇ ਤੁਹਾਡੀ ਗ੍ਰੈਜੂਏਸ਼ਨ ਚਾਹੀਦੀ ਹੈਗੀ ਹੈ ਐਂਡ ਏਜ ਬ੍ਰੈਕਟ ਉਹੀ ਰੱਖਿਆ, ਪਲੱਸ ਫੰਡਾਂ ਦਾ ਜਿਹੜਾ ਉਹਨਾਂ 2.5 ਤੋਂ ਪੌਣੇ 3 ਲੱਖ ਰੁਪਏ ਪਾਇਆ ਉਹ ਨਾਲ ਕ੍ਰਾਈਟੀਰੀਆ ਐਡ ਕਰਤਾ। ਅਤੇ ਮੇਰੇ ਹਿਸਾਬ ਨਾਲ ਇਹ ਇੱਕ ਯੂਕੇ ਗਵਰਨਮੈਂਟ ਦਾ ਇੰਡੀਆ ਦੀ ਆਪਣੇ ਸਿਸਟਮ ਨੂੰ ਲੈ ਕੇ, ਇੰਡੀਆ ਦੀ ਮਾਰਕੀਟ ਨੂੰ ਲੈ ਕੇ ਇਹ ਬਹੁਤ ਵੱਡਾ ਸਟੈਪ ਹੈ। ਕਿਉਂਕਿ ਇੱਕ ਲਾਈਨ ਨਾ ਉਸ ਸਟੇਟਮੈਂਟ ਦੇ ਵਿੱਚ ਆਈ ਸੀ ਜਿਹੜੀ ਮੈਂ NDTV ਦੀ ਨਿਊਜ਼ ਪੜ੍ਹੀ, ਜਿਹੜੀ ਇੰਡੀਆ ਵਿਲ ਬੀ ਦਾ ਫਸਟ ਵੀਜ਼ਾ ਵਾਲਾ ਕੰਟਰੀ ਜਿੱਥੋਂ ਬਾਹਰ ਜਾਣ ਲਈ ਸਾਨੂੰ ਵੀਜ਼ਾ ਲੈਣਾ ਪੈਂਦਾ ਹੈ। ਹਾਲਾਂਕਿ ਇਹ ਸਕੀਮ ਹਜੇ ਉੱਥੇ ਚੱਲਦੀ ਪਈ ਹੈ, ਆਸਟ੍ਰੇਲੀਆ, ਨਿਊਜ਼ੀਲੈਂਡ, ਹਾਂਗਕਾਂਗ, ਸਾਊਥ ਕੋਰੀਆ, ਕਈ ਦੇਸ਼ਾਂ ਵਾਸਤੇ। ਬਟ ਇੰਡੀਆ ਪਹਿਲਾ ਕੰਟਰੀ ਹੋਏਗਾ ਜਿੱਥੇ ਕਿ ਇਹ ਸਕੀਮ ਦਾ ਪਾਰਟ ਬਣਾਇਆ ਗਿਆ ਹੈ ਜਿੱਥੋਂ ਤੁਹਾਨੂੰ ਵੀਜ਼ਾ ਲੈਣਾ ਪਏਗਾ। ਹੋਰ ਬਾਕੀ ਸਾਰੇ ਕੰਟਰੀ ਮੋਸਟਲੀ ਵੀਜ਼ਾ ਫਰੀ ਨੇ ਜਿਹੜੇ ਜਾਂਦੇ ਨੇ। ਤਾਂ ਇਹ ਸਕੀਮ ਜਿਹੜੀ ਕੰਮ ਕਿਵੇਂ ਕਰਦੀ ਹੈ ਉਹ 'ਤੇ ਥੋੜ੍ਹਾ ਧਿਆਨ ਦੇਣ ਵਾਲੀ ਲੋੜ ਹੈ। ਯੂਥ ਪ੍ਰੋਫੈਸ਼ਨਲ ਸਕੀਮ, ਇਹਨੂੰ ਯੂਥ ਟੈਲੈਂਟ ਸਕੀਮ ਵੀ ਕਈ ਲੋਕ ਕਹਿੰਦੇ ਨੇ, ਯੂਥ ਪ੍ਰੋਫੈਸ਼ਨਲ ਸਕੀਮ ਕਰਕੇ ਤੁਸੀਂ ਇਹਨੂੰ ਸਰਚ ਕਰ ਸਕਦੇ ਹੈਗੇ ਹੋ। ਹੁਣ ਇਹ ਯੂਥ ਪ੍ਰੋਫੈਸ਼ਨਲ ਸਕੀਮ ਜਿਹੜੀ ਹੈਗੀ ਹੈ ਇਹ ਸਭ ਤੋਂ ਪਹਿਲਾਂ ਤਾਂ ਇੱਕ ਕੋਟਾ ਹੈਗਾ 3000 ਐਪਲੀਕੈਂਟ ਦਾ ਸਾਲ ਦੇ ਵਿੱਚ।
ਹੁਣ ਇਹ ਸਕੀਮ ਜਿਹੜੀ ਹੈ ਉਹ ਕੰਮ ਕਿਵੇਂ ਕਰਦੀ ਹੈ, ਬੈਲਟ ਸਿਸਟਮ ਤੇ ਕੰਮ ਕਰਦੀ ਹੈ। ਬੈਲਟ ਮਤਲਬ ਲੋਟਰੀ, ਜਿਹਨੂੰ ਆਪਾਂ H1B ਜਿਵੇਂ US 'ਚ ਹੁੰਦਾ ਹੈਗਾ। ਜਿਹੜਾ ਡਰਾ ਹੈਗਾ ਸਾਲ 'ਚ 2 ਵਾਰ ਨਿਕਲਣਾ ਹੈ। ਜਨਵਰੀ ਦੇ ਵਿੱਚ ਬੈਲਟ ਓਪਨ ਹੋਏਗਾ 48 ਘੰਟਿਆਂ ਵਾਸਤੇ, ਸਿਰਫ 48 ਘੰਟਿਆਂ ਵਾਸਤੇ। ਹੁਣ 48 ਘੰਟਿਆਂ ਦੇ ਵਿੱਚ ਤੁਸੀਂ ਆਪਣੀ ਐਪਲੀਕੇਸ਼ਨ ਸਬਮਿਟ ਕਰਨੀ ਹੈ, ਉਹਦਾ ਫਾਰਮੈਟ ਵਗੈਰਾ ਸਭ ਅਵੇਲੇਬਲ ਹੈਗਾ। ਉਸ ਤੋਂ ਬਾਅਦ ਤੁਹਾਡਾ ਜਨਵਰੀ ਐਂਡ ਤੱਕ ਜੇ ਤੁਹਾਨੂੰ ITA ਆ ਗਿਆ, ਇਨਵੀਟੇਸ਼ਨ ਟੂ ਅਪਲਾਈ, ਦੈਟ ਮੀਨ ਉਸ ਟਾਈਮ 'ਤੇ ਤੁਸੀਂ ਆਪਣੀ ਐਪਲੀਕੇਸ਼ਨ ਦੀ ਫੀਸਾਂ ਦੇਣੀਆਂ ਨੇ, ਉਸ ਟਾਈਮ 'ਤੇ ਆਪਣੀ ਇੰਸ਼ੋਰੈਂਸ ਦੇ ਪੈਸੇ ਦੇਣੇ ਹੈ। ਅਤੇ ਜਿਵੇਂ ਤੁਹਾਨੂੰ ਬਾਇਓਮੈਟ੍ਰਿਕ ਲੈਟਰ ਆ ਗਿਆ, ਬਾਇਓਮੈਟ੍ਰਿਕ ਹੋਣ ਤੋਂ ਬਾਅਦ 3 ਹਫ਼ਤਿਆਂ ਦੇ ਵਿੱਚ ਤੁਹਾਡਾ ਵੀਜ਼ਾ ਡਿਸੀਜਨ ਆ ਜਾਣਾ ਜੀ। ਸਭ ਪ੍ਰੈਕਟੀਕਲੀ ਜਿੱਦਣ ਤੁਹਾਡਾ ਬਾਇਓਮੈਟ੍ਰਿਕ ਹੋਇਆ, ਮਹੀਨੇ ਦੇ ਅੰਦਰ ਅੰਦਰ ਤੁਸੀਂ ਆਪਣੇ ਪਾਸਪੋਰਟ ਦੇ ਉੱਪਰ ਆ ਸਟਿੱਕਰ ਦੇਖ ਸਕਦੇ ਹੋ। ਬਟ ਉਹ ਜਨਵਰੀ ਜਿਹੜਾ 48 ਘੰਟਿਆਂ ਦਾ ਬੈਲਟ ਖੁੱਲ੍ਹਣਾ ਹੈ, ਉਹਦੀ ਤਿਆਰੀ ਅੱਜ ਕਰਨੀ ਜ਼ਰੂਰੀ ਹੈ, ਕਿਉਂਕਿ ਇਟ ਇਜ਼ ਲਾਈਕ ਇਹਨੂੰ ਮੈਂ ਕਹਾਂ ਫਸਟ ਕਮ ਫਸਟ ਸਰਵ ਬੇਸਿਸ, ਸ਼ਾਇਦ ਹਾਂ ਸ਼ਾਇਦ ਨਾ, ਕਿਉਂਕਿ ਲੋਟਰੀ ਹੈ ਬੈਲਟ ਦੇ ਵਿੱਚੋਂ ਜਿਹਨੂੰ ਇਨਵੀਟੇਸ਼ਨ ਟੂ ਅਪਲਾਈ ਆਏਗਾ ਉਹ। ਹੁਣ ਕਿ ਕਿਸੇ ਐਪਲੀਕੈਂਟ ਦਾ ਜਨਵਰੀ ਦੇ ਵਿੱਚ ITA ਨਹੀਂ ਆਇਆ ਤਾਂ ਉਹ ਆਟੋਮੈਟਿਕਲੀ ਜੁਲਾਈ 'ਚ ਟਰਾਂਸਫਰ ਹੋ ਜਾਂਦਾ। ਜੁਲਾਈ ਵਿੱਚ ਦੂਜਾ ਬੈਲਟ ਖੁੱਲ੍ਹਣਾ, ਉਹਦਾ ਰਿਜ਼ਲਟ 29 ਜੁਲਾਈ ਨੂੰ ਆਉਣਾ। ਜੇ ਤੁਹਾਨੂੰ ਉਸ 'ਚ ITA ਆ ਗਿਆ ਵੈਰੀ ਗੁੱਡ, ਨਹੀਂ ਤਾਂ ਤੁਸੀਂ ITA ਦੀ ਰੇਸ ਤੋਂ ਬਾਹਰ ਹੋ ਜਾਂਦੇ ਹੋ। ਠੀਕ ਹੈ, ਬੜਾ ਸਿੰਪਲ ਜੀ ਉਹਨਾਂ ਨੇ ਬੜੀ ਟਰਾਂਸਪੇਰੈਂਟ ਸਕੀਮ ਰੱਖੀ ਹੈ। ਕੋਈ ਲੰਬਾ ਚੌੜਾ ਚੀਜ਼ ਨਹੀਂ ਹੈਗੀ ਵੀ ਸਾਨੂੰ ਆਹ ਕਾਗਜ਼ ਦਿਓ। PCC ਚਾਹੀਦੀ ਹੈ, ਤੁਹਾਡੇ ਫੰਡਿੰਗ ਚਾਹੀਦੀ ਹੈ, ਮੈਡੀਕਲ ਚਾਹੀਦਾ, ਉੱਥੇ ਤੁਸੀਂ ਇੰਸ਼ੋਰੈਂਸ ਦੇ ਪੈਸੇ ਦਿੱਤੇ ਹੋਣੇ ਚਾਹੀਦੇ, 930 ਪਾਊਂਡ। ਇਹਦੀ ਅੰਬੈਸੀ ਫੀਸ 240 ਪਾਊਂਡ ਹੈ। ਇਹ ਅਪਲਾਈ ਕਰਨ ਤੋਂ ਪਹਿਲਾਂ ਹੈਗਾ, ਇਹ ਅਪਲਾਈ ਕਰਨ ਤੋਂ ਬਾਅਦ ਆ ਜਿੱਦਣ ITA ਆਇਆ, ਜਦ ਉਹਨਾਂ ਨੇ ਗਵਰਨਮੈਂਟ ਨੇ ਤੁਹਾਡਾ ਸਮਾਨ ਚੱਕ ਲਿਆ ਵੀ ਹਾਂਜੀ ਤੁਹਾਡਾ CV, ਤੁਹਾਡਾ ਪ੍ਰੋਫਾਈਲ ਸਾਨੂੰ ਚਾਹੀਦਾ ਹੈ, ਇਹ ਉਸ ਤੋਂ ਬਾਅਦ ਜਾਣਾ ਹੈਗਾ 30 ਦਿਨਾਂ ਦੇ ਅੰਦਰ ਅੰਦਰ। ਜਦ ਤੁਸੀਂ ਕਹਿੰਦੇ ਹੋ ਓਕੇ ਮੈਂ ਰੈਡੀ ਹਾਂ ਜਾਣ ਵਾਸਤੇ, ਹੁਣ ਉਹ ਕਾਗਜ਼ ਦਿਓ। ਪਰ ਇੱਕ ਚੀਜ਼ ਧਿਆਨ ਜ਼ਰੂਰ ਰੱਖਣਾ, ਜੇ ਤੁਸੀਂ ਇਨਫੋਰਮੇਸ਼ਨ ITA ਦੇ ਵਿੱਚ ਈਮੇਲ ਦੇ ਵਿੱਚ ਕੁਝ ਹੋਰ ਦਿੱਤੀ ਅਤੇ ਕਾਗਜ਼ਾਂ ਦੇ ਵਿੱਚ ਕੁਝ ਹੋਰ ਦਿੱਤਾ ਤਾਂ ਵੀਜ਼ਾ ਨਹੀਂ ਲੱਗਣਾ, ਕਿਉਂਕਿ ਡਿਸਕ੍ਰਿਪੈਂਸੀ ਆ ਜਾਂਦੀ ਹੈ। ਪਹਿਲਾਂ ਜਦ ਕੱਲ੍ਹ ਫਾਰਮ ਭਰਦੇ ਪਏ ਹੋ, ਦੂਸਰਾ ਜਦ ਤੁਸੀਂ ਕਾਗਜ਼ ਦਿੰਦੇ ਪਏ ਹੋ ITA ਆਉਣ ਤੋਂ ਬਾਅਦ, ਤੁਸੀਂ ਇਹਨੂੰ ਸਿੰਪਲ ਐਕਸਪ੍ਰੈਸ ਐਂਟਰੀ ਕੈਨੇਡਾ ਨਾਲ ਕੰਪੇਅਰ ਕਰ ਲਓ। ਉਸ ਤੁਸੀਂ ਆਪਣੀ ਪ੍ਰੋਫਾਈਲ ਬਣਾ ਕੇ ਗਵਰਨਮੈਂਟ ਨੂੰ ਦਿੰਦੇ ਹੋ, ਪਰ ਕਾਗਜ਼ ਉਸ ਦਿਨ ਦਿੰਦੇ ਹੋ ਜਿੱਦਣ ਤੁਹਾਨੂੰ ਇਨਵੀਟੇਸ਼ਨ ਆਉਂਦਾ ਹੈ। ਸੇਮ UK ਦਾ ਹੈ, ਜਿਹੜੀ ਆ ਯੂਥ ਪ੍ਰੋਫੈਸ਼ਨਲ ਸਕੀਮ ਦਾ ਹੇਠਾਂ ਆਇਆ। ਹੁਣ ਅਗੇਨ ਇਹ ਮੇਰੀ ਟਰਾਂਸਲੇਸ਼ਨ ਜਾਂ ਮੇਰਾ ਵਰਜਨ ਕੀ ਹੈ, ਇੱਕ ਸਟੂਡੈਂਟ ਵੀਜ਼ਾ, ਇੱਕ ਇਮੀਗ੍ਰੇਸ਼ਨ, ਇਹ ਉਹਨਾਂ ਨੇ ਵਿਚਕਾਰਲਾ ਰਸਤਾ ਕੱਢ ਲਿਆ। ਹਰੇਕ ਉਸ ਯੂਥ ਨੂੰ ਅਟਰੈਕਟ ਕਰਨ ਵਾਸਤੇ ਜਿਹੜਾ ਕਿ ਘੱਟੋ ਘੱਟ ਗ੍ਰੈਜੂਏਸ਼ਨ ਲੈ ਕੇ ਘੁੰਮਦਾ ਪਿਆ, ਯੰਗ ਹੈਗਾ, ਕੰਮ ਕੀਤਾ ਐਡਵਾਂਟੇਜ ਆ, ਨਹੀਂ ਕੰਮ ਕੀਤਾ ਤਾਂ ਵੀ ਕੋਈ ਡਿਸਐਡਵਾਂਟੇਜ ਨਹੀਂ ਹੈ, ਕਿਉਂਕਿ ਉਹ ਬਰਾਬਰ ਸਕੀਮ ਚੱਲੇਗੀ। ਬਟ ਅਗੇਨ ਇੱਕ ਖਰਬਾਂ ਦੀ ਆਬਾਦੀ ਦੇ ਵਿੱਚ ਇਹ ਸਿਰਫ 3000 ਲੋਕਾਂ ਨੂੰ ਮੌਕਾ ਮਿਲੇਗਾ 1 ਸਾਲ ਦੇ ਅੰਦਰ ਅੰਦਰ। 1 ਸਾਲ ਦੇ ਅੰਦਰ ਅੰਦਰ 2 ਵਾਰ ਮਿਲੂਗਾ ਮੌਕਾ। ਹਾਂ, ਬੈਲਟ 2 ਵਾਰ ਚੱਲੇਗਾ, ਪਰ ਉਹਦਾ ਟੋਟਲ ਕਾਊਂਟ ਜਿਹੜਾ ਹੈ ਉਹ 3000 ਹੀ ਰਹੇਗਾ, ਉਹ 3000 ਹੀ ਰਹੇਗਾ। ਬਹੁਤ ਸਾਰੇ ਸਿਟੀ ਸਾਹਿਬ ਕੈਂਡੀਡੇਟ ਉਹ ਹੈਗੇ ਆ ਵੀ ਜਿਹੜੇ ਇੱਕ ਤਾਂ ਉਹਨਾਂ ਦੀ ਜੌਬ ਪ੍ਰੋਫਾਈਲ ਕੀ ਚਾਹੀਦੀ ਹੈ, ਉਹਨਾਂ ਦਾ ਕੈਂਡੀਡੇਟ ਦੀ ਪ੍ਰੋਫਾਈਲ ਕੀ ਚਾਹੀਦੀ ਹੈ। ਦੂਜਾ ਸਵਾਲ ਇਹ ਹੈਗਾ ਕਿ ਬਹੁਤ ਦਾ ਸਟੱਡੀ ਗੈਪ ਹੈਗਾ, ਸਟੱਡੀ ਗੈਪ ਵਾਲਿਆਂ ਲਈ ਅਵੇਲੇਬਲ ਹੈ ਇਹ ਫਾਇਦਾ? ਦੇਖੋ, ਉਹਨਾਂ ਲਈ ਸਟੱਡੀ ਗੈਪ ਇਜ਼ ਨਾਟ ਅ ਕ੍ਰਾਈਟੇਰੀਆ। ਉਹਨਾਂ ਨੇ ਬੜਾ ਸਿੰਪਲ ਸਪਸ਼ਟ ਰੱਖਿਆ ਹੈ, ਤੁਹਾਡੀ ਕੁਆਲੀਫਿਕੇਸ਼ਨ ਲੈਵਲ RQF 6 ਜਿਹੜਾ ਕਿ ਗ੍ਰੈਜੂਏਸ਼ਨ ਮੰਨੀ ਜਾਂਦੀ ਹੈ ਉਹ ਹੋਣਾ ਚਾਹੀਦੀ ਹੈ। ਤੁਹਾਡੇ ਪਿਛਲਾ ਗੈਪ ਹੈ ਕਿ ਨਹੀਂ ਹੈ ਡਜ਼ਨਟ ਮੈਟਰ, ਅੱਗੇ ਹੈ ਕਿ ਨਹੀਂ ਹੈ ਡਜ਼ਨਟ ਮੈਟਰ, ਤੁਸੀਂ ਕੰਮ ਕਰਦੇ ਪਏ ਹੋ ਕਿ ਨਹੀਂ ਹੈ। ਉਹਨਾਂ ਦੇ ਇਸ ਮੈਨੂਅਲ ਦੇ ਵਿੱਚ ਇਹਦਾ ਨਾ ਹੀ ਕੋਈ ਐਡਵਾਂਟੇਜ ਹੈ ਕੰਮ ਕੀਤੇ ਦਾ, ਅਤੇ ਨਾ ਹੀ ਕੋਈ ਡਿਸਐਡਵਾਂਟੇਜ ਹੈ। ਗ੍ਰੈਜੂਏਸ਼ਨ, ਉਮਰ 18 ਤੋਂ 30, 2.5 ਤੋਂ ਪੌਣੇ 3 ਲੱਖ ਰੁਪਇਆ ਦਿਖਾਉਣ ਦੀ ਸ਼ਮਤਾ, PCC, ਮੈਡੀਕਲ ਤੁਸੀਂ ਫਿੱਟ ਹੈਗੇ ਹੋ, ਦੈਟਸ ਇਟ। ਹੋਰ ਕੁਛ ਕ੍ਰਾਈਟੀਰੀਆ ਨਹੀਂ ਹੈ। ਇੱਕ ਕ੍ਰਾਈਟੀਰੀਆ ਜਿਹੜਾ ਹਰੇਕ ਉਸ ਬੰਦੇ ਨੂੰ ਪਤਾ ਹੋਣਾ ਚਾਹੀਦਾ, ਜਿਹੜਾ ਕਿਤੇ ਨਾ ਕਿਤੇ ਉਹ ਨੈਗੇਟਿਵ ਰਹੇਗਾ, ਜੇ ਤੁਸੀਂ ਮੈਰਿਡ ਹੋ, ਇੱਕ ਸਵਾਲ ਆਉਂਦਾ ਕਿ ਮੇਰੀ ਵਾਈਫ ਨਾਲ ਜਾ ਸਕਦੀ ਹੈ, ਦਾ ਆਨਸਰ ਇਜ਼ ਨੋ। ਇਟ ਇਜ਼ ਦਾ ਯੂਥ ਪ੍ਰੋਫੈਸ਼ਨਲ ਸਕੀਮ, ਸਿਰਫ 3000 ਹੈ। ਹੁਣ 3000 ਦੇ ਨਾਲ ਮਲਟੀਪਲਾਈ ਕਰਕੇ 3 ਨਹੀਂ ਉਹਨਾਂ ਨੇ ਅੰਦਰ ਆਪਣੇ ਕੰਟਰੀ ਦੇ ਵਿੱਚ ਆਉਂਦੇ ਨੇ। ਅੱਛਾ, ਜੇ ਤੁਹਾਡੇ ਕੋਲ ਬੇਬੀ ਹੈਗਾ ਜੋ ਤੁਹਾਡੇ 'ਤੇ ਡਿਪੈਂਡੈਂਟ ਹੈ ਤਾਂ ਤੁਸੀਂ ਸਕੀਮ ਵਾਸਤੇ ਕੁਆਲੀਫਾਈ ਨਹੀਂ ਕਰਦੇ, ਕਿਉਂਕਿ ਉਹਨਾਂ ਦਾ ਬੜਾ ਸਪਸ਼ਟ ਹੈ, ਇਹ ਯੂਥ ਦੀ ਟੈਲੈਂਟ ਵਾਸਤੇ ਹੈਗਾ। ਉੱਥੇ ਜਾ ਕੇ ਐਕਸਪੋਜਰ ਲਵੇ, ਦੁਨੀਆਦਾਰੀ ਦੇਖੇ ਅਤੇ ਆਪਣੇ ਟੈਲੈਂਟ ਨੂੰ ਕੰਟਰੀ ਦੇ ਵਿੱਚ ਕਿਵੇਂ ਯੂਜ਼ ਕਰ ਸਕਦਾ ਉਹਦੀ ਗੱਲਬਾਤ ਕਰੇ, ਨਾ ਕਿ ਉਹਨੂੰ ਘਰੇ ਚਿੰਤਾ ਹੋਵੇ ਮੇਰਾ ਬੱਚਾ ਹੈਗਾ, ਮੈਂ ਪੈਸੇ ਭੇਜਣੇ ਆ ਜਾਂ ਹੋਰ ਕੋਈ ਚੀਜ਼ਾਂ ਹੈਗੀਆਂ, ਫਿਰ ਉਹਨਾਂ ਵਾਸਤੇ ਸਕੀਮ ਨਹੀਂ ਬਣਦੀ। ਬੜਾ ਹੁਣ ਇਹਨੂੰ ਕਹਿ ਦਿਓ ਵੀ ਸਿੰਗਲ ਹੈ, ਯੈਸ ਸਿੰਗਲ ਜਾ ਸਕਦਾ, ਮੈਰਿਡ ਹੈ, ਯੈਸ ਜਾ ਸਕਦਾ, ਬਟ ਉਹ ਇਕੱਲਾ ਹੀ ਜਾਏਗਾ, ਨਾਲ ਡਿਪੈਂਡੈਂਟ ਦਾ ਕੋਈ ਪ੍ਰੋਵੀਜ਼ਨ ਨਹੀਂ ਇਹਦੇ ਕੈਟੇਗਰੀ 'ਚ ਹੈਗਾ। ਅਤੇ ਕੁੱਲ ਮਿਲਾ ਕੇ ਜਿਹੜੀ ਨਵੀਂ ਸਕੀਮ ਨੌਜਵਾਨਾਂ ਲਈ ਇਹ ਖੁਸ਼ਖਬਰੀ ਦੀ ਗੱਲ ਹੈਗੀ ਹੈ। ਅਤੇ ਕਿਵੇਂ ਦੇਖਦੇ ਹੋ ਕਿ ਇਹਦਾ ਕਿੰਨੇ ਕੁ ਨੌਜਵਾਨਾਂ ਨੂੰ ਫਾਇਦਾ ਮਿਲ ਸਕਦਾ, ਅਤੇ ਨੌਜਵਾਨ ਜਿਹੜੇ ਨੇ ਕਿੰਨੇ ਕੁ ਉਤਸ਼ਾਹਿਤ ਲੱਗ ਰਹੇ? ਤੁਹਾਡੇ ਕੋਲ ਤਾਂ ਕਾਲਸ ਆਉਣ ਲੱਗ ਗਈਆਂ ਹੋਣੀ। ਬਿਲਕੁਲ ਜੀ, ਦੇਖੋ ਕੈਪ 3000 ਹੈ,
ਖਰਬਾਂ ਦੀ ਆਬਾਦੀ ਦੇ ਵਿੱਚ, ਉਹਨੂੰ 3000 ਦਾ ਮੌਕਾ ਉਹੀ ਮਿਲੇਗਾ ਜੋ ਅੱਜ ਆਪਣੀ ਤਿਆਰੀ ਕਰਨਾ ਸ਼ੁਰੂ ਕਰੇਗਾ, ਕਿਉਂਕਿ ਜੇ ਜਨਵਰੀ ਦੇ ਵਿੱਚ ਬੈਲਟ ਖੁੱਲ੍ਹਣਾ ਹੈ, ਤੁਹਾਡੀ ਐਪਲੀਕੇਸ਼ਨ ESS ਗਲੋਬਲ ਅਗਰ ਇਹ 15 ਦਿਨ ਤੱਕ ਲਏਗਾ, ਉਸ ਤੋਂ ਬਾਅਦ ਅਸੀਂ ਐਪਲੀਕੇਸ਼ਨ ਲੈਣੀ ਬੰਦ। ਤਿਆਰੀ ਕੀ ਤੁਸੀਂ ਕਿ ਤਿਆਰੀ ਕਰੋਗੇ? ਤਿਆਰੀ ਕਰੋ, ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ, 2.5 ਤੋਂ 3 ਲੱਖ ਦਿਖਾਉਣ ਦੀ क्षमता ਹੋਣੀ ਚਾਹੀਦੀ ਹੈ, ਬਾਕੀ ਕਾਗਜ਼ ਪੱਤਰ PCC ਵਗੈਰਾ ਸਾਰਾ ਆਪਣੇ ਤੁਸੀਂ ਇੰਟੈਕਟ ਰੱਖਣੀ ਹੈਗੀ, ਤਾਂ ਕਿ ਉਸ ਟਾਈਮ ਤੇ ਜਾ ਕੇ ਇਹ ਜੀ ਚਿੰਤਾ ਨਾ ਹੋਵੇ ਜਿੱਦਣ ITA ਆਉਂਦਾ ਹੈ ਜਾਂ ਕੈਰੀ ਫਾਰਵਰਡ ਹੁੰਦਾ ਹੈ। ਤਿਆਰੀ ਇਨ ਦਾ ਸੈਂਸ ਡਾਕੂਮੈਂਟੇਸ਼ਨ ਸਾਰੇ ਦਾ ਸਾਰਾ, ਕਿਉਂਕਿ ਅਸੀਂ ਅਗਲੇ 30 ਦਿਨਾਂ ਦੇ ਵਿੱਚ ਫਰਮ ਨਵੰਬਰ 1 ਟੂ ਦਸੰਬਰ 30 ਜਾਂ ਜਨਵਰੀ 15 ਤੱਕ ਐਪਲੀਕੇਸ਼ਨਾਂ ਸਾਰੀ ਤਿਆਰ ਕਰਕੇ ਰੱਖਣੀਆਂ ਨੇ। ਜਿਵੇਂ ਉਹਨਾਂ ਦਾ ਬੈਲਟ ਖੁੱਲ੍ਹਦਾ ਹੈਗਾ, ਜਿਵੇਂ ਡੇਟ ਡਿਕਲੇਅਰ ਹੁੰਦੀ ਹੈ, ਜੋ ਐਜ਼ ਆਫ ਨਾਓ ਇੰਟਰਨੈਟ ਦੇ ਉੱਤੇ ਜਨਵਰੀ ਲਿਖਿਆ ਹੋਇਆ ਹੈਗਾ ਐਂਡ ਇੰਡੀਆ ਵਾਸਤੇ ਸਪੈਸ਼ਲ ਡੇਟ ਡਿਕਲੇਅਰ ਹੋਏਗੀ, ਤਾਂ ਉਹਦੇ ਵਿੱਚ ਜਿਵੇਂ ਡਿਕਲੇਅਰ ਹੋਏਗੀ ਸਾਡੀ ਕੋਸ਼ਿਸ਼ ਹੋਏਗੀ ਰਾਤੋਂ ਰਾਤ 48 ਘੰਟੇ ਦੀ ਵਿੰਡੋ ਹੈ, ਉਸ ਟਾਈਮ ਇਹ ਨਹੀਂ ਦੇਖਿਆ ਜਾਣਾ ਵਰਕਿੰਗ ਆਵਰ 10 ਤੋਂ 6 ਹੈ ਕਿ 9 ਤੋਂ 5 ਹੈ ਦਫ਼ਤਰ ਦਾ ਟਾਈਮ। ਜਿੰਨੀਆਂ ਐਪਲੀਕੇਸ਼ਨਾਂ ਲੱਗੀਆਂ ਨੇ ਸਾਰੀਆਂ ਅੰਦਰ ਪਾਣੀਆਂ ਨੇ, ਤਾਂ ਕਿ ਉਹ ਉਸ ਲਾਈਨ ਦੇ ਵਿੱਚ ਆ ਜਾਣ ਜਿੱਥੇ ਸਕਸੈਸ ਮਿਲਦਾ ਹੈ। ਤਾਂ ਅਗੇਨ ਅਗਲੇ 15 ਦਿਨ ਤੁਹਾਡੇ ਕੋਲ ਗ੍ਰੈਜੂਏਸ਼ਨ ਹੈਗੀ ਹੈ, 18-30 ਹੈਗੇ ਆ, ਬਾਰ-ਬਾਰ ਉਹੀ ਚੀਜ਼ਾਂ ਕਹਿ ਰਹੇ ਹੈ ਤਾਂ ESS ਗਲੋਬਲ ਦੇ ਆਫਿਸ ਦੇ ਵਿੱਚ ਕੰਟੈਕਟ ਕਰਕੇ ਆਪਣੀ ਐਪਲੀਕੇਸ਼ਨ ਨੂੰ ਦਰਜ ਕਰਾਓ, ਤਾਂ ਹੀ ਇਹ ਸਕੀਮ ਦਾ ਫਾਇਦਾ ਮਿਲੇਗਾ। ਕਿਉਂਕਿ ਐਪਲੀਕੇਸ਼ਨ ਤਿਆਰੀ ਕਰਨ ਨੂੰ ਵੀ ਟਾਈਮ ਲੱਗਦਾ ਹੈ, ਸਿਰਫ ਇਹ ਕਾਗਜ਼ ਇਕੱਠੇ ਕਰਕੇ ਇੰਟਰਨੈਟ 'ਤੇ ਸੁੱਟਣੇ ਨਹੀਂ ਹੈਗੇ, ਪ੍ਰੋਪਰ ਐਪਲੀਕੇਸ਼ਨ ਤਿਆਰ ਕਰਨੀ ਹੈ ਜਿਹਦੇ ਨਾਲ ਕਿ ਮੇਰੇ ਚਾਂਸਸ ਵੱਧ ਜਾਣ ITA ਆਉਣ ਦੇ। ਜੀ ਸ਼ੁਕਰੀਆ ਜੀ, ਤੁਸੀਂ ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸੋ ਇਹ ਸੀਗੇ ESS ਗਲੋਬਲ ਤੋਂ ਰੋਹਿਤ ਸੇਠੀ, ਜਿਨ੍ਹਾਂ ਦੇ ਨਾਲ ਜਿਹੜੀ ਨਵੀਂ ਸਕੀਮ ਆਈ ਹੈ UK ਦੀ, ਜਿਹੜੀ ਲੋਟਰੀ ਸਿਸਟਮ ਆਪਾਂ ਕਹਿ ਸਕਦੇ ਹਾਂ ਕਿ 3000 ਵੀਜ਼ਾ 1 ਸਾਲ ਦੇ ਵਿੱਚ UK ਨੇ ਦੇਣਾ ਹੈਗਾ ਯੂਥ ਨੂੰ, ਜਿਨ੍ਹਾਂ ਦੀ ਉਮਰ 18 ਤੋਂ 30 ਸਾਲ ਤੱਕ ਹੈਗੀ। ਉਹ ਇਹਨਾਂ ਦੇ ਦਫ਼ਤਰ ਚੰਡੀਗੜ੍ਹ ਦੇ ਵਿੱਚ 35 ਸੈਕਟਰ ਦੇ ਵਿੱਚ ਹੈਗਾ, ਉੱਥੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਤੇ ਹੋਰ ਵੀ ਯੂਥ ਜਿਹੜਾ ਹੈਗਾ, ਜਿੰਨਾ ਵੀ ਯੂਥ ਜਿਹੜਾ ਡੀਮੋਰਲਾਈਜ਼ ਹੋਇਆ ਵਾ, ਉਹ ਯੂਥ ਇਸ ਸਕੀਮ ਦਾ ਫਾਇਦਾ ਲੈ ਸਕਦਾ। ਤੁਸੀਂ ਜੁੜੇ ਰਹੋ ਦਾ ਅਨਮਿਊਟ ਦੇ ਨਾਲ। ਮੈਨੂੰ ਦਿਓ ਇਜਾਜ਼ਤ। ਕੈਮਰਾਮੈਨ ਗੁਰਦੇਵ ਦੇ ਨਾਲ ਜਗਜੀਤ ਸਿੰਘ ਪੰਜੋਲੀ, ਧੰਨਵਾਦ।